Very warm good morning to one and all. Hello students, this is Varun Goyal, your maths teacher. Today we are going to continue a new chapter statistics, class 9th NCERT. So dear students, before starting this chapter, let me give you some instructions that are come from CBSE side. CBSE tell us this times, as you all know, there is a coronavirus. So they are going to reduce 30% of your syllabus. In this chapter, they are reducing so much topics. For example, mean, median, mod and all these topics are to be reduced from this chapter. So let us start this chapter. Before starting this chapter, let me tell you, in the previous video I teach you chapter number 12, that is Heron's formula, or we can say hero formula also. Heron's formula, I teach you only 12.1 because now 12.2 applications of Heron formula is not in your syllabus. So let us continue with statistics. What is statistics? Statistics start karan to pehla we will come to know the definition of statistics functions. What is the stat? We use the word statistics in singular as well as plural form. ਅਸੀਂ statistics word ਨੂੰ singular ਮਤਲਬ ਇੱਕ single word ਦੇ ਲਈ ਵੀ ਆਪਾਂ use ਕਰ ਸਕਦੇ ਹਾਂ, ਤੇ ਜੇ ਆਪਾਂ ਕਹੀਏ ਵੀ ਇਹ combined word ਹੈ, plural ਹੈ, ਤਾਂ ਉਵੇਂ ਵੀ ਆਪਾਂ ਇਹਨੂੰ use ਕਰ ਸਕਦੇ ਹਾਂ. In the singular form, statistics words is defined as science. ਜੇ ਆਪਾਂ singular ਸ਼ਬਦ ਦੀ ਗੱਲ ਕਰੀਏ ਤਾਂ ਜਿਹੜਾ stat ਆ ਨਾ ਉਹ ਇੱਕ ਸਾਇੰਸ ਹੈ. ਠੀਕ ਹੈ ਜੀ, ਤੇ ਉਹ ਸਾਇੰਸ ਹੈ ਵਿਚ ਡੀਲਸ ਵਿਦ. ਇਹ ਜਿਹੜੀ ਸਾਇੰਸ ਹੈ, ਇਹ ਸਾਇੰਸ ਕਿਹਦੀ ਹੈ? ਸਾਇੰਸ ਦਾ ਮਤਲਬ ਉਹ ਸਾਇੰਸ ਨਹੀਂ ਜੋ ਤੁਸੀਂ ਪੜ੍ਹਦੇ ਹੋ, ਬਾਇਓ ਫਿਜ਼ਿਕਸ ਕੈਮਿਸਟਰੀ, ਮੈਥੇਮੈਟੀਕਲ ਸਾਇੰਸ ਵੀ ਹੁੰਦੀ ਆ. ਮੈਥੇਮੈਟੀਕਲ ਸਾਇੰਸ ਦੇ ਵਿੱਚ ਸਟੈਟਿਸਟਿਕਸ ਦਾ ਮੀਨਿੰਗ ਕੀ ਆ, ਸਾਇੰਸ ਕੀ ਆ, ਉਹਦੇ 'ਚ ਦੇਖਦੇ ਹਾਂ ਆਪਾਂ ਕਲੈਕਸ਼ਨ. ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ ਚ ਕਲੈਕਸ਼ਨ. ਦੂਸਰੇ ਨੰਬਰ 'ਤੇ ਆਪਾਂ ਲਿਖਾਂਗੇ ਪ੍ਰੈਜੈਂਟੇਸ਼ਨ. So pages are moving, so writing is not so good. I hope so you will understand. Next is analysis. Third is interpretation of numerical data. Now let us move on the meaning. Collection. Collection ਦਾ meaning ਕੀ ਹੁੰਦਾ ਵਾ? ਕਿਸੇ ਚੀਜ਼ ਨੂੰ collect ਕਰਨਾ. It's a simple. ਪ੍ਰੈਜੈਂਟੇਸ਼ਨ ਦਾ ਮਤਲਬ ਹੁੰਦਾ ਵਾ ਕਲੈਕਟ ਕੀਤੀ ਗਈ ਚੀਜ਼ ਨੂੰ ਪ੍ਰੈਜੈਂਟ ਕਰਨਾ. ਐਨਾਲਿਸਿਸ ਦਾ ਮਤਲਬ ਹੁੰਦਾ ਵਾ ਜਿਹੜੀ ਚੀਜ਼ ਨੂੰ ਆਪਾਂ ਪ੍ਰੈਜੈਂਟ ਕੀਤਾ ਵਾ ਉਹਨੂੰ ਆਪਾਂ ਐਨਾਲਾਈਜ਼ ਕਿਵੇਂ ਕਰ ਰਹੇ ਹਾਂ, ਮਤਲਬ ਆਪਾਂ ਉਹਨੂੰ ਕਿੰਨੀਆਂ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰ ਰਹੇ ਹਾਂ, ਕਿੱਦਾਂ ਉਹਨੂੰ ਆਪਾਂ ਡਿਫਾਈਨ ਕਰ ਰਹੇ ਹਾਂ. ਇੰਟਰਪ੍ਰੀਟੇਸ਼ਨ ਦਾ ਮੀਨਿੰਗ ਹੁੰਦਾ ਇੰਟਰਪ੍ਰੀਟੇਸ਼ਨ ਆਫ ਨੂਮੈਰੀਕਲ ਡਾਟਾ, ਮਤਲਬ ਉਹਨੂੰ ਪਹਿਚਾਨਣਾ ਡਾਟੇ ਨੂੰ, ਤੇ ਉਹਦੇ ਬਾਰੇ ਪ੍ਰੋਪਰ ਤਰੀਕੇ ਦੀ ਨੌਲੇਜ ਜੋ ਉਹਨੂੰ ਡਾਟੇ ਨੂੰ ਪੜ੍ਹ ਰਿਹਾ ਵਾ ਉਹਨੂੰ ਨੌਲੇਜ ਦੇਣਾ. ਠੀਕ ਹੈ. ਨਾਓ ਲੈਟ ਅਸ ਕੰਟੀਨਿਊ ਵਿਦ ਅਦਰ ਟਰਮਸ. So students, the other two terms of the data is primary data as well as secondary data. Primary means जैसे मतलब नाम तो ही क्लियर है, प्रथम डाटा, प्राइमरी फर्स्ट काइंड ऑफ डाटा जो कि ਆ ਫਸਟ ਆਪਾਂ ਕਲੈਕਟ ਕਰਦੇ ਹਾਂ. ਫੋਰ ਐਗਜ਼ਾਮਪਲ ਦੇਖੋ, ਜਿਵੇਂ ਹੁਣ ਆਪਾਂ ਸਾਰੇ ਜਾਣਦੇ ਹਾਂ ਵੀ ਆਪਣੇ ਦੇਸ਼ ਦੇ ਵਿੱਚ ਜਨਗਣਨਾ ਜਿਹੜੀ ਹੁੰਦੀ ਆ ਉਹ 10 ਸਾਲਾਂ ਬਾਅਦ ਹੁੰਦੀ ਹੈ. ਠੀਕ ਹੈ. ਆਫਟਰ ਐਵਰੀ 10 years ਜਨਗਣਨਾ ਕੀਤੀ ਜਾਂਦੀ ਹੈ ਆਪਣੇ ਦੇਸ਼ ਦੇ ਵਿੱਚ. ਲਾਸਟ ਟਾਈਮ ਇਟ ਵਿਲ ਹੈਪਨਸ ਇਨ 2011 ਬਟ ਦਿਸ ਟਾਈਮ ਇਟ ਵਿਲ ਹੈਪਨ ਇਨ 2021. ਮਤਲਬ 2021 ਦੇ ਵਿੱਚ ਦੁਬਾਰਾ ਜਨਗਣਨਾ ਜਿਹੜੀ ਹੈ ਉਹ ਕੀਤੀ ਜਾਊਗੀ. ਜਦੋਂ ਜਨਗਣਨਾ ਵਾਲੇ ਆਪਣੇ ਘਰੇ ਆਉਂਦੇ ਆ, ਆਪਣੇ ਤੋਂ ਆਪਣੇ ਫੈਮਿਲੀ ਮੈਂਬਰਸ ਦੀ ਡਿਟੇਲ ਪੁੱਛਦੇ ਆ, ਕਿੰਨੇ ਫੈਮਿਲੀ ਮੈਂਬਰ ਨੇ, ਮੇਲ ਫੀਮੇਲ ਕਿੰਨੇ ਨੇ, ਤਾਂ ਉਹ ਜਿਹੜਾ ਡਾਟਾ ਉਹ ਆਪਣੇ ਰਜਿਸਟਰ ਦੇ ਵਿੱਚ ਨੋਟ ਕਰਕੇ ਲੈ ਕੇ ਜਾਂਦੇ ਆ. ਉਹ ਡਾਟਾ ਨੂੰ ਅਸੀਂ ਬੋਲਦੇ ਹਾਂ ਪ੍ਰਾਇਮਰੀ ਡਾਟਾ. ਫੋਰ ਐਗਜ਼ਾਮਪਲ ਆਪਾਂ ਹੋਰ ਈਜ਼ੀ ਐਗਜ਼ਾਮਪਲ ਜੇ ਕਰਨੀ ਚਾਹੁੰਦੇ ਹਾਂ ਇਹਦੀ, ਉਹ ਹੈਗੀ ਆ ਕਲਾਸ ਅਟੈਂਡੈਂਸ. ਜਦੋਂ ਇੱਕ ਟੀਚਰ ਰਜਿਸਟਰ ਲੈ ਕੇ ਤੁਹਾਡੀ ਕਲਾਸ ਦੇ ਵਿੱਚ ਐਂਟਰ ਕਰਦਾ ਵਾ, ਆਫਟਰ ਐਂਟਰ ਇਨ ਦਾ ਕਲਾਸ ਹੀ ਔਰ ਸ਼ੀ ਵਿਲ ਟੇਕ ਅਟੈਂਡੈਂਸ. ਤੁਹਾਡੀ ਅਟੈਂਡੈਂਸ ਲਿੱਤੀ ਜਾਂਦੀ ਹੈ, ਉਹ ਵੀ ਪ੍ਰਾਇਮਰੀ ਡਾਟਾ ਦੇ ਵਿੱਚ ਆ ਜਾਂਦੀ ਹੈ. ਠੀਕ ਹੈ. ਜਾਂ ਫਿਰ ਤੁਹਾਨੂੰ ਮੈਂ ਕਹਾਂ ਵੀ ਤੁਸੀਂ ਆਪਣੇ ਕਲਾਸ ਦੇ ਬੱਚਿਆਂ ਦੀ ਹਾਈਟ ਨੋਟ ਕਰੋ ਇੱਕ ਕਾਪੀ ਦੇ ਉੱਪਰ, ਉਹ ਵੀ ਕੀ ਆ, ਦੈਟ ਇਜ਼ ਆਲਸੋ ਐਨ ਐਗਜ਼ਾਮਪਲ ਆਫ ਪ੍ਰਾਇਮਰੀ ਡਾਟਾ. ਪ੍ਰਾਇਮਰੀ ਡਾਟਾ ਦੀਆਂ ਇੰਨੀਆਂ ਐਗਜ਼ਾਮਪਲਸ ਆਈ ਥਿੰਕ ਇਨਫ ਟੂ ਆਲ ਆਫ ਯੂ. ਆਫਟਰਵਰਡਸ ਵੀ ਵਿਲ ਮੂਵ ਔਨ ਦਾ ਸਕੈਂਡਰੀ ਡਾਟਾ. ਸਕੈਂਡਰੀ ਡਾਟਾ ਆਪਣੇ ਕੋਲ ਕੀ ਹੁੰਦਾ ਵਾ? ਦਿਸ ਵਨ. ਸਕੈਂਡਰੀ ਮਤਲਬ ਹੁੰਦਾ ਦੂਸਰਾ, ਨਾਮ ਤੋਂ ਕਲੀਅਰ ਹੈ. ਪ੍ਰਾਇਮਰੀ ਮਤਲਬ ਪਹਿਲਾ, ਸਕੈਂਡਰੀ ਮੀਨਸ ਕੀ ਹੋ ਗਿਆ ਦੂਸਰਾ. ਮਤਲਬ ਕੀ ਹੈ ਜਿਹੜਾ ਡਾਟਾ ਆਲਰੇਡੀ ਕਲੈਕਟਡ ਆ ਬਟ ਆਪਾਂ ਯੂਜ਼ ਕਰ ਰਹੇ ਹਾਂ. ਫੋਰ ਐਗਜ਼ਾਮਪਲ ਦੇਖੋ, ਕਲਾਸ 'ਚ ਅਟੈਂਡੈਂਸ ਟੀਚਰ ਨੇ ਲਿੱਤੀ ਹੈ. ਠੀਕ ਹੈ. ਬਟ ਸਕੂਲ ਮੈਨੇਜਮੈਂਟ ਔਰ ਵੀ ਕੈਨ ਸੇ ਪ੍ਰਿੰਸੀਪਲ ਨੀਡਸ ਅ ਰਿਕਾਰਡ ਆਫ ਅਟੈਂਡੈਂਸ. ਜੇ ਉਹਨਾਂ ਨੂੰ ਰਿਕਾਰਡ ਚਾਹੀਦਾ ਤੇ ਉਹ ਦੇਖਣਾ ਚਾਹੁੰਦੇ ਆ, ਦੈਨ ਵਟ ਦੇ ਆਰ ਡੂਇੰਗ, ਉਹ ਡਾਟਾ ਕੀ ਕਰਨਗੇ, ਉਹ ਟੀਚਰ ਤੋਂ ਉਸੇ ਵੇਲੇ ਰਜਿਸਟਰ ਮੰਗਵਾਉਣਗੇ ਅਤੇ ਉੱਥੋਂ ਡਾਇਰੈਕਟ ਦੇਖਣਗੇ. ਮਤਲਬ ਕੀ ਆ, ਪ੍ਰਿੰਸੀਪਲ ਡਾਇਰੈਕਟ ਕਲਾਸ 'ਚ ਜਾ ਕੇ ਅਟੈਂਡੈਂਸ ਨਹੀਂ ਲਊਗੀ. ਜੋ ਟੀਚਰ ਨੇ ਅਟੈਂਡੈਂਸ ਲਿਖੀ ਆ ਉਹੀ ਰਜਿਸਟਰ ਪ੍ਰਿੰਸੀਪਲ ਕੋਲ ਜਾਊਗਾ ਅਤੇ ਉਹ ਰਜਿਸਟਰ ਦੇ ਵਿੱਚ ਅਟੈਂਡੈਂਸ ਦੇਖੀ ਜਾਊਗੀ. ਮਤਲਬ ਟੀਚਰ ਦੇ ਲਈ ਉਹ ਪ੍ਰਾਇਮਰੀ ਡਾਟਾ ਸੀ ਬਟ ਪ੍ਰਿੰਸੀਪਲ ਦੇ ਲਈ ਕੀ ਆ, ਉਹ ਸਕੈਂਡਰੀ ਡਾਟਾ ਵਾ. ਫੋਰ ਐਗਜ਼ਾਮਪਲ ਹੋਰ ਆਪਾਂ ਲੇਟੈਸਟ ਐਗਜ਼ਾਮਪਲ ਦੀ ਗੱਲ ਕਰਦੇ ਹਾਂ ਅੱਜ ਕੱਲ੍ਹ ਦੀ, ਜਿਵੇਂ ਫਿਰ ਆਪਾਂ ਕਹਿੰਦੇ ਹਾਂ ਆਪਾਂ ਟੈਂਪਰੇਚਰ ਦੇਖਦੇ ਹਾਂ ਆਪਣੇ ਫੋਨ ਦੇ ਉੱਪਰ. ਆਈ ਹੋਪ ਸੋ ਅੱਜ ਤਾਂ ਹੁਣ ਤਾਂ ਤੁਸੀਂ ਸਾਰੇ ਐਂਡਰੋਇਡ ਫੋਨ ਯੂਜ਼ ਕਰ ਹੀ ਰਹੇ ਹੋ. ਐਂਡਰੋਇਡ ਫੋਨ ਦੀ ਸਕਰੀਨ ਦੇ ਉੱਪਰ ਟੈਂਪਰੇਚਰ ਹਰ ਇੱਕ ਦਾ ਸ਼ੋ ਹੁੰਦਾ ਹੀ ਆ.
ਉਹ ਜੋ ਟੈਂਪਰੇਚਰ ਆ, ਦੇਖੋ ਜਿਹੜੇ ਵੈਦਰ ਬ੍ਰੌਡਕਾਸਟ ਵਾਲੇ ਹੁੰਦੇ ਆ ਉਹਨਾਂ ਰਾਹੀਂ ਟੈਂਪਰੇਚਰ ਕੈਲਕੂਲੇਟ ਕੀਤਾ ਜਾਂਦਾ ਵਾ ਅਤੇ ਆਪਣੇ ਮੋਬਾਈਲਸ ਦੇ ਉੱਪਰ ਟਰਾਂਸਫਰ ਕੀਤਾ ਜਾਂਦਾ ਵਾ ਬਾਈ ਦਾ ਸਿਗਨਲਸ ਔਰ ਵੀ ਕੈਨ ਸੀ ਸੈਟੇਲਾਈਟਸ ਐਂਡ ਆਲ ਅਦਰ ਥਿੰਗਸ। ਅਤੇ ਉਹ ਜਿਹੜਾ ਡਾਟਾ ਹੁੰਦਾ ਵਾ ਜੋ ਆਪਾਂ ਨੂੰ ਸ਼ੋ ਹੁੰਦਾ ਵਾ ਉਹ ਕੀ ਹੈ, ਸੈਕੰਡਰੀ। ਤੁਸੀਂ ਗੂਗਲ ਤੋਂ ਕੁਛ ਵੀ ਸਰਚ ਕਰਦੇ ਹੋ, ਚਾਹੇ ਉਹ ਮੈਥੇਮੈਟੀਕਲ ਕੁਐਸਚਨ ਹੀ ਕਿਉਂ ਨਾ ਹੋਵੇ, ਦੈਟ ਇਜ਼ ਅ ਸੈਕੰਡਰੀ ਡਾਟਾ, ਕਿਉਂਕਿ ਉਹ ਕੁਐਸਚਨ ਤੁਸੀਂ ਆਪ ਨਹੀਂ ਬਣਾਇਆ, ਤੁਸੀਂ ਆਪ ਨਹੀਂ ਕਲੈਕਟ ਕੀਤਾ, ਤੁਸੀਂ ਕਿਸੇ ਦਾ ਕੀਤਾ ਹੋਇਆ ਕੁਐਸਚਨ ਦੇਖ ਰਹੇ ਹੋ, ਠੀਕ ਹੈ। ਸੋ ਦੈਟ ਇਜ਼ ਅ ਸੈਕੰਡਰੀ ਡਾਟਾ। ਮਤਲਬ ਕੀ ਹੈ, ਬਣੀ ਬਣਾਈ ਚੀਜ਼ ਨੂੰ ਤੁਸੀਂ ਪੜ੍ਹਦੇ ਹੋ ਤਾਂ ਉਹ ਕੀ ਹੈ ਤੁਹਾਡੇ ਲਈ, ਸੈਕੰਡਰੀ ਡਾਟਾ। ਸੋ ਲੈਟ ਅਸ ਮੂਵ ਔਨ ਦਾ ਅਦਰ ਥਿੰਗਸ ਵਿਚ ਆਰ ਇੰਪੋਰਟੈਂਟ ਫॉर द ਸਟੈਟਸ। ਸੋ ਨੈਕਸਟ ਟੌਪਿਕ ਇਜ਼ ਰॉ ਡਾਟਾ। ਰॉ ਡਾਟਾ ਮਤਲਬ ਕੀ ਹੈ, ਜਿਵੇਂ ਆਪਾਂ ਕਹਿੰਦੇ ਹਾਂ ਨਾ ਰॉ ਮਟੀਰੀਅਲ, ਕੱਚਾ ਮਾਲ ਜਿਹਨੂੰ ਆਪਾਂ ਬੋਲਦੇ ਹਾਂ, SST ਤੁਸੀਂ ਪੜ੍ਹਿਆ ਹੋਣਾ ਸਾਰਿਆਂ ਨੇ, ਉੱਦਾਂ ਹੀ ਰॉ ਡਾਟਾ। ਰॉ ਡਾਟਾ ਦਾ ਮਤਲਬ ਕੀ ਹੈ, ਜਿਹੜਾ ਆਪਾਂ ਵੈਸੇ ਹੀ ਕਲੈਕਟ ਕਰਦੇ ਹਾਂ। ਤੁਸੀਂ ਦੇਖਿਆ ਹੋਣਾ ਕਦੇ ਘਰਾਂ 'ਚ ਕਿਸੇ ਨੂੰ ਝਾੜੂ ਮਾਰਦੇ ਹੋਏ, ਜਦੋਂ ਆਪਾਂ ਝਾੜੂ ਮਾਰ ਕੇ ਮਿੱਟੀ ਇਕੱਠੀ ਕਰਦੇ ਹਾਂ ਉਹਨੂੰ ਰॉ ਡਾਟਾ ਬੋਲਦੇ ਹਾਂ ਆਪਾਂ ਇੱਕ ਤਰ੍ਹਾਂ ਨਾਲ। ਉਸੇ ਤਰ੍ਹਾਂ ਹੀ ਮੈਥੇਮੈਟੀਕਲ ਮੀਨਿੰਗ ਕੀ ਆ, ਰॉ ਡਾਟਾ ਦਾ ਮਤਲਬ ਕੀ ਹੈ, ਜਿਵੇਂ ਸਪੋਜ਼ ਕਰੋ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਸਕੂਲ ਦੇ ਵਿੱਚ ਇੱਕ ਕਾਪੀ ਅਤੇ ਪੈਨ ਲੈ ਕੇ ਪੂਰੇ ਸਕੂਲ 'ਚ ਰਾਊਂਡ ਕੱਢਣੇ ਅਤੇ ਸਿਰਫ ਉਹ ਬੱਚਿਆਂ ਦਾ ਨਾਮ ਕਲੈਕਟ ਕਰਨੇ ਆ ਜਿਨ੍ਹਾਂ ਦੇ ਨੰਬਰ 100 ਆਊਟ ਆਫ 100 ਆ ਇਨ ਮੈਥੇਮੈਟਿਕਸ। ਤਾਂ ਤੁਸੀਂ ਕੀ ਕਰੋਗੇ, ਕਾਪੀ ਅਤੇ ਪੈਨ ਲੈ ਕੇ ਸਾਰੇ ਬੱਚਿਆਂ ਦੇ ਨਾਮ ਲਿਖੋਗੇ, ਤੁਹਾਨੂੰ ਜਿਹੜਾ ਬੱਚਾ ਜਿੱਥੇ ਮਿਲੂਗਾ, ਜਿਹੜੀ ਕਲਾਸ ਜਿਵੇਂ ਮਿਲੂਗੀ, ਤੁਸੀਂ ਉੱਦਾਂ ਦਾ ਨਾਮ ਲਿਖੀ ਜਾਓਗੇ। ਮਤਲਬ ਕੀ ਆ, ਡਾਟਾ ਜਦੋਂ ਅਸੀਂ ਕਲੈਕਟ ਕਰਦੇ ਹਾਂ, ਜਿਹੜੀ ਫਾਰਮ 'ਚ ਪਹਿਲੀ ਵਾਰ ਅਸੀਂ ਕਲੈਕਟ ਕਰਦੇ ਹਾਂ ਬਿਨਾਂ ਕਿਸੇ ਅਰੇਂਜਮੈਂਟ ਤੋਂ, ਉਹ ਡਾਟਾ ਨੂੰ ਅਸੀਂ ਕੀ ਬੋਲਦੇ ਹਾਂ, ਰॉ ਡਾਟਾ। ਆਫਟਰਵਰਡਸ ਆਉਂਦਾ ਵਾ ਗਰੁੱਪ ਡਾਟਾ। ਰॉ ਡਾਟਾ ਇਜ਼ ਆਲਸੋ ਨੋਨ ਐਜ਼ ਅਨਗਰੁੱਪ ਡਾਟਾ। ਉਸ ਤੋਂ ਬਾਅਦ ਆਉਂਦਾ ਗਰੁੱਪ ਡਾਟਾ। ਕੰਡੈਂਸ ਦਾ ਡਾਟਾ ਇਨਟੂ ਕਲਾਸਿਸ ਔਰ ਗਰੁੱਪਸ। ਜਦੋਂ ਕੀ ਹੈ, ਤੁਸੀਂ ਡਾਟਾ ਨੂੰ ਗਰੁੱਪਸ ਦੇ ਵਿੱਚ ਡਿਵਾਈਡ ਕਰ ਦਿੰਦੇ ਹੋ। ਫੋਰ ਐਗਜ਼ਾਮਪਲ, ਜੇ ਹੁਣ ਆਪਾਂ ਕਹੀਏ ਵੀ ਆਪਾਂ ਸਟੂਡੈਂਟਸ ਦੀ ਹਾਈਟ ਲਿਖਣੀ ਹੈ ਤਾਂ ਤੁਸੀਂ ਅਲੱਗ-ਅਲੱਗ ਗਰੁੱਪ ਬਣਾਓਗੇ ਵੀ 5 ਫੁੱਟ 1 ਇੰਚ ਤੋਂ ਲੈ ਕੇ 5 ਫੁੱਟ 4 ਇੰਚ ਤੱਕ ਇੰਨੇ ਸਟੂਡੈਂਟਸ ਆ ਰਹੇ ਹੈ, 5 ਫੁੱਟ 5 ਇੰਚ ਤੋਂ ਲੈ ਕੇ 5 ਫੁੱਟ 10 ਇੰਚ ਤੱਕ ਇੰਨੇ ਆ ਰਹੇ ਹੈ, 5 ਫੁੱਟ 11 ਤੋਂ ਲੈ ਕੇ 6 ਫੁੱਟ 4 ਇੰਚ ਤੱਕ ਇੰਨੇ ਸਟੂਡੈਂਟ ਆ ਰਹੇ ਆ। ਉਹ ਕੀ ਹੋ ਗਏ, ਗਰੁੱਪਸ ਹੋ ਗਏ ਡਾਟਾ ਦੀ। ਤਾਂ ਉਹਨੂੰ ਬੋਲਦੇ ਹਾਂ ਅਸੀਂ ਗਰੁੱਪ ਡਾਟਾ। ਜਿਹੜਾ ਡਾਟਾ ਕੀ ਹੈ ਆਪਣੇ ਕੋਲ ਗਰੁੱਪ ਦੀ ਫਾਰਮ 'ਚ ਪ੍ਰੈਜੈਂਟ ਹੋਵੇ। ਫੋਰ ਐਗਜ਼ਾਮਪਲ ਆਪਾਂ ਰਿਲੀਜੀਅਸ ਧਰਮ ਦੀ ਗੱਲ ਕਰ ਲੈਂਦੇ ਹਾਂ। ਆਪਾਂ ਕਹਾਂਗੇ ਵੀ ਜੀ ਇੱਕ ਆਪਾਂ ਕਿਸੇ ਕਮਿਊਨਿਟੀ ਦੀ ਗੱਲ ਕਰ ਰਹੇ ਹਾਂ, ਕਿਸੇ ਸਿਟੀ ਦੀ ਗੱਲ ਕਰ ਰਹੇ ਹਾਂ, ਤਾਂ ਉਹਦੇ ਵਿੱਚ ਕਿੰਨੇ ਹਿੰਦੂ ਆ, ਕਿੰਨੇ ਸਿੱਖ ਆ, ਕਿੰਨੇ ਮੁਸਲਿਮ ਆ ਐਂਡ ਕਿੰਨੇ ਪ੍ਰੀਸਟ ਲੋਕ ਨੇ, ਠੀਕ ਹੈ। ਸੋ ਆਫਟਰਵਰਡਸ ਨੈਕਸਟ ਇਜ਼ ਐਰੇ ਡਾਟਾ। ਐਰੇ ਅਰੇਂਜਡ ਮਤਲਬ ਕੀ ਹੈ, ਜਿਹੜਾ ਵੀ ਡਾਟਾ ਅਸੀਂ ਅਸੈਂਡਿੰਗ ਜਾਂ ਫਿਰ ਡਿਸੈਂਡਿੰਗ ਆਰਡਰ ਦੇ ਵਿੱਚ ਅਰੇਂਜ ਕਰਦੇ ਹਾਂ, ਦੈਟ ਇਜ਼ ਨੋਨ ਐਜ਼ ਐਰੇ ਡਾਟਾ, ਠੀਕ ਹੈ ਜੀ। ਮਤਲਬ ਕਿ ਕਿਸੇ ਡਾਟਾ ਨੂੰ ਆਪਾਂ ਇੱਕ ਅਸੈਂਡਿੰਗ ਆਰਡਰ, ਪਰਟੀਕੂਲਰ ਆਰਡਰ, ਜਿਵੇਂ ਮੈਂ ਕਹਾਂ ਵੀ ਜੇ ਮੈਂ ਕਿਸੇ ਸਟੂਡੈਂਟਸ ਦੇ ਇੰਗਲਿਸ਼ ਤੋਂ, ਕਿਸੇ ਪੂਰੀ ਕਲਾਸ ਦੇ ਬੱਚਿਆਂ ਦੇ ਇੰਗਲਿਸ਼ ਤੋਂ ਮਾਰਕਸ ਲਿਖਣੇ ਆ, ਤਾਂ ਜਾਂ ਤਾਂ ਮੈਂ ਜਿਵੇਂ ਉਹਨੂੰ ਅਸੈਂਡਿੰਗ ਆਰਡਰ 'ਚ ਲਿਖ ਰਿਹਾ ਮੈਂ ਸਭ ਤੋਂ ਘੱਟ ਉਸ ਤੋਂ ਜ਼ਿਆਦਾ ਮਾਰਕਸ, ਤਾਂ ਉਹ ਡਾਟੇ ਨੂੰ ਆਪਾਂ ਬੋਲਦੇ ਹਾਂ ਐਰੇ ਡਾਟਾ। ਆਫਟਰਵਰਡਸ ਆਉਂਦਾ ਵਾ ਪ੍ਰੈਜੈਂਟੇਸ਼ਨ ਆਫ ਡਾਟਾ। ਪ੍ਰੈਜੈਂਟੇਸ਼ਨ ਆਫ ਡਾਟਾ ਦਾ ਮਤਲਬ ਕੀ ਆ, ਜਦੋਂ ਤੁਸੀਂ ਕਿਸੇ ਡਾਟਾ ਨੂੰ ਕਿਸੇ ਹੋਰ ਨੂੰ ਦਿਖਾਉਣਾ ਵਾ ਤਾਂ ਤੁਸੀਂ ਕੀ ਕਰਦੇ ਹੋ, ਉਹ ਡਾਟਾ ਦੇ ਟੇਬਲਸ ਬਣਾ ਕੇ ਪ੍ਰੋਪਰ ਤਰੀਕੇ ਦੇ ਨਾਲ ਉਹ ਟੇਬਲਸ ਬਣਾ ਕੇ ਤੁਸੀਂ ਅਗਲੇ ਦੇ ਅੱਗੇ ਸ਼ੋਅ ਕਰਦੇ ਹੋ। ਜਿਵੇਂ ਤੁਸੀਂ ਦੇਖਿਆ ਹੋਣਾ ਅਟੈਂਡੈਂਸ ਰਜਿਸਟਰ, ਮੋਸਟਲੀ ਸਾਰਿਆਂ ਨੇ ਦੇਖਿਆ ਹੋਇਆ ਸਟੂਡੈਂਟਸ ਨੇ। ਅਟੈਂਡੈਂਸ ਰਜਿਸਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟੇਬਲਸ ਬਣੇ ਹੁੰਦੇ ਆ, ਕਾਲਮਸ, ਜਿਹਨੂੰ ਤੁਸੀਂ ਬੋਲਦੇ ਹੋ ਨਾ ਵੀ ਜਿਹ 'ਚ ਆਪਾਂ ਪ੍ਰੈਜ਼ੈਂਟ ਐਬਸੈਂਟ ਮਾਰਕ ਕਰਦੇ ਹੋ, ਸਾਰੇ ਕਾਲਮਸ ਬਣੇ ਹੁੰਦੇ ਆ, ਉਹਨੂੰ ਬੋਲਦੇ ਆ ਪ੍ਰੈਜੈਂਟੇਸ਼ਨ ਆਫ ਡਾਟਾ। ਤਾਂ ਉਹ ਜਿਹੜਾ ਡਾਟਾ ਰਜਿਸਟਰ ਜਿਹੜਾ ਬੰਦਾ ਡਿਜ਼ਾਈਨ ਕਰ ਰਿਹਾ ਨਾ, ਉਹਨੇ ਸਟੈਟ ਦੀ ਪੂਰੀ ਨੌਲੇਜ ਲਿੱਤੀ ਹੋਈ ਹੈ, ਤਾਂ ਉਹ ਡਾਟਾ ਨੂੰ ਕੀ ਕਰ ਰਿਹਾ ਵਾ, ਪ੍ਰੈਜ਼ੈਂਟ ਕਰ ਰਿਹਾ ਵਾ। ਸੋ ਇਹ ਸੀ ਹੁਣ ਤੱਕ ਦੀ ਇੰਟਰੋਡਕਸ਼ਨ। ਨਾਓ ਲੈਟ ਅਸ ਮੂਵ ਔਨ ਆਰ ਨਿਊ ਟੌਪਿਕ। So now as you can see I have written here some topics which are important for the stat. The topics are, first topic is frequency. Frequency ਦਾ ਮਤਲਬ ਹੁੰਦਾ ਵਾ ਵੀ ਕਿਹੜੀ ਚੀਜ਼ ਕਿੰਨੀ ਵਾਰ ਅਕਰ ਕਰ ਰਹੀ ਹੈ। Number of observations, number of times an observation occur in the given data. ਮਤਲਬ ਸਪੋਜ਼ ਕਰ ਲਓ ਇੱਕ ਡਾਟਾ ਵਾ, ਉਹਦੇ 'ਚ ਆਪਾਂ 100 ਸਟੂਡੈਂਟਸ ਦੇ ਮਾਰਕਸ ਲਿਖਿਆ ਮੈਥਸ ਦੇ ਵਿੱਚੋਂ। ਤਾਂ ਹੁਣ ਦੇਖੋ 100 ਸਟੂਡੈਂਟਸ ਦੇ ਮਾਰਕਸ ਲਿਖਿਆ, ਉਹਨਾਂ 'ਚੋਂ ਇਹੋ ਜਿਹੇ ਬਹੁਤ ਸਾਰੇ ਸਟੂਡੈਂਟ ਹੋਣਗੇ ਜਿਨ੍ਹਾਂ ਦੇ ਮਾਰਕਸ 60 ਹੋਣਗੇ, ਠੀਕ ਹੈ। ਮੰਨ ਕੇ ਚੱਲਦੇ ਹਾਂ ਵੀ 5 ਸਟੂਡੈਂਟਸ ਦੇ ਮਾਰਕਸ ਕੀ ਨੇ, 50 ਨੇ। ਤਾਂ ਜਿਹੜਾ 5 ਹੈ ਨਾ, ਉਹ ਕੀ ਹੈ, ਫਰੀਕੁਐਂਸੀ ਹੈ। ਮਤਲਬ 60 ਆਉਣ ਦੀ ਫਰੀਕੁਐਂਸੀ ਕਿੰਨੀ ਹੈ, ਦੈਟ ਇਜ਼ ਅ 5। ਨੈਕਸਟ ਇਜ਼ ਕਲਾਸਿਸ ਐਂਡ ਕਲਾਸ ਇੰਟਰਵਲਸ। ਇੱਕੋ ਹੀ ਵਰਡ ਹੈ, ਕਲਾਸਿਸ ਕਹਿ ਲਓ ਜਾਂ ਫਿਰ ਕਲਾਸ ਇੰਟਰਵਲਸ ਕਹਿ ਲਓ। ਅ ਗਰੁੱਪਡ ਡਾਟਾ ਇਨ ਵਿਚ ਆਲ ਅਬਜ਼ਰਵੇਸ਼ਨਸ ਆਰ ਡਿਵਾਈਡਡ। ਹੁਣ ਦੇਖੋ ਜੀ 100 ਸਟੂਡੈਂਟਸ ਨੇ, ਤਾਂ ਹੁਣ ਇਹ ਤਾਂ ਹੈ ਨਹੀਂ ਵੀ 100 ਸਟੂਡੈਂਟ ਜੇ ਆਪਾਂ 1 2 3 ਕਰਕੇ ਲਿਖਣੇ ਸਟਾਰਟ ਕਰਾਂਗੇ, ਇਟ ਵਿਲ ਬੀ ਟਿਪੀਕਲ। ਤਾਂ ਮੈਂ ਕੀ ਕਰੂੰਗਾ, ਉਹਨਾਂ ਦੀਆਂ ਕਲਾਸਿਸ ਬਣਾਊਂਗਾ। ਕਲਾਸਿਸ ਕਿੱਦਾਂ ਬਣਾਊਂਗਾ ਮੈਂ, ਉਹਨਾਂ ਦੀਆਂ ਗਰੁੱਪ ਕਰੂੰਗਾ ਡਾਟਾ ਨੂੰ। ਜਿਵੇਂ ਮੈਂ ਕਹੂੰਗਾ ਵੀ 0 ਤੋਂ ਲੈ ਕੇ 10 ਤੱਕ ਦਾ ਡਾਟਾ ਅਲੱਗ ਗਰੁੱਪ ਕਰ ਲਓ, ਵੀ ਜਿਨ੍ਹਾਂ ਦੇ ਮਾਰਕਸ 0 ਤੋਂ ਲੈ ਕੇ 10 ਤੱਕ ਨੇ ਉਹ ਸਟੂਡੈਂਟ ਲਿਖ ਲਓ, 10 ਤੋਂ 20 ਵਾਲੇ ਲਿਖ ਲਓ, ਫਿਰ 20 ਤੋਂ 30 ਵਾਲੇ ਲਿਖ ਲਓ, ਕੁਛ ਇੱਦਾਂ। ਉਹ ਜਿਹੜੇ ਮਾਰਕਸ ਜਦੋਂ ਮੈਂ 0 to 10 10 to 20 ਇੱਦਾਂ ਲਿਖੂੰਗਾ, ਉਹਨਾਂ ਨੂੰ ਬੋਲਦੇ ਹਾਂ ਆਪਾਂ ਕਲਾਸ ਇੰਟਰਵਲਸ। ਅ ਗਰੁੱਪ ਇਨ ਵਿਚ ਰॉ ਡਾਟਾ ਇਜ਼ ਕੰਡੈਂਸਡ। ਮਤਲਬ ਕੀ ਹੈ, ਰॉ ਡਾਟਾ ਨੂੰ ਆਪਾਂ ਕੰਬਾਈਨ ਕਰਕੇ ਇਹਨਾਂ ਚੀਜ਼ਾਂ ਦੇ ਵਿੱਚ ਲਿਖਦੇ ਹਾਂ, ਤਾਂ ਉਹਨੂੰ ਬੋਲਦੇ ਹਾਂ ਕੰਡੈਂਸ। ਆਫਟਰਵਰਡਸ ਦੇਖੋ ਕੰਡੈਂਸ ਡਾਟਾ ਵਿੱਚ ਕਲਾਸ ਇੰਟਰਵਲਸ ਹੋਰ ਚੀਜ਼ ਕੀ ਆਉਂਦੀ ਹੈ ਆਪਣੇ ਕੋਲ, ਈਚ ਕਲਾਸ ਇਜ਼ ਬਾਊਂਡਡ ਬਾਈ 2 ਫਿਗਰਸ। ਜਿਵੇਂ ਮੈਂ ਤੁਹਾਨੂੰ ਦੱਸਿਆ ਨਾ 0 to 10, ਇਹ 2 ਫਿਗਰਸ ਨੇ, 0 ਅਤੇ 10, ਇਹ 2 ਫਿਗਰਸ ਨੇ ਆਪਣੇ ਕੋਲ ਇੱਥੇ।
ਵਿਚ ਆਰ ਕਾਲਡ ਦਾ ਕਲਾਸ ਲਿਮਿਟਸ, ਇਹਨਾਂ ਨੂੰ ਆਪਾਂ ਬੋਲਦੇ ਹਾਂ ਕਲਾਸ ਲਿਮਿਟਸ। ਫਿਗਰ ਔਨ ਦਾ ਲੈਫਟ ਸਾਈਡ ਤੇ ਜੋ ਫਿਗਰ ਹੈ ਮਤਲਬ ਜੋ 0 ਹੈ ਇਹਨੂੰ ਆਪਾਂ ਬੋਲਦੇ ਹਾਂ ਲੋਅਰ ਕਲਾਸ ਲਿਮਿਟ, ਠੀਕ ਹੈ ਜੀ, ਲੋਅਰ ਕਲਾਸ ਲਿਮਿਟ। ਐਂਡ ਜਿਹੜੀ ਰਾਈਟ ਸਾਈਡ ਤੇ ਫਿਗਰ ਉਹਨੂੰ ਆਪਾਂ ਬੋਲਦੇ ਹਾਂ ਅਪਰ ਕਲਾਸ ਲਿਮਿਟ। ਉਸ ਤੋਂ ਬਾਅਦ ਹੁਣ ਦੇਖਦੇ ਹਾਂ ਆਪਾਂ ਕਲਾਸ ਦਾ ਸਾਈਜ਼ ਕੀ ਹੈ, ਮਤਲਬ ਕੀ ਹੈ ਜਿਹੜੇ ਕਲਾਸ ਇੰਟਰਵਲਸ ਆ ਉਹਨਾਂ ਦਾ ਸਾਈਜ਼ ਕੀ ਹੈ। ਸਾਈਜ਼ ਹੁੰਦਾ ਵਾ ਅਪਰ ਲਿਮਿਟ ਮਾਈਨਸ ਲੋਅਰ ਲਿਮਿਟ ਕਰੋਗੇ ਯੂ ਵਿਲ ਗੈਟ ਦਾ ਸਾਈਜ਼ ਆਫ ਥੀਸ ਇੰਟਰਵਲਸ। ਨੈਕਸਟ ਆਉਂਦਾ ਵਾ ਵੇਰੀਏਟ ਔਰ ਵੀ ਕੈਨ ਸੇ ਵੇਰੀਏਬਲ। ਜਦੋਂ ਆਪਾਂ ਪੋਲੀਨੋਮੀਅਲ ਚੈਪਟਰ ਸਟਾਰਟ ਕੀਤਾ ਸੀ ਤੁਹਾਨੂੰ ਮੈਂ ਉਹਦੇ 'ਚ ਹੀ ਦੱਸਿਆ ਸੀ ਵਾਟ ਆਰ ਦਾ ਕੌਨਸਟੈਂਟਸ ਐਂਡ ਵਾਟ ਆਰ ਦਾ ਵੇਰੀਏਬਲਸ। ਵੇਰੀਏਬਲਸ ਉਹ ਹੁੰਦੇ ਆ ਜਿਹੜੇ ਵੇਰੀ ਕਰਦੇ ਆ। ਹੁਣ ਫੋਰ ਐਗਜ਼ਾਮਪਲ ਇੱਕ ਫੈਕਟਰੀ ਦੇ ਵਿੱਚ 5 ਵਰਕਰ ਕੰਮ ਕਰਦੇ ਆ, ਉਹਨਾਂ 5 ਵਰਕਰਸ ਦਾ ਹਾਈਟ, ਵੇਟ, ਸੈਕਸ, ਐਜੂਕੇਸ਼ਨ ਐਂਡ ਆਲ ਅਦਰ ਥਿੰਗਸ ਵੀ ਕੈਨ ਸੇ ਏਜ, ਉਹ ਸਾਰਾ ਕੁਝ ਕੀ ਹੈ ਵੇਰੀ ਕਰੂਗਾ। ਦੇਖੋ ਡੈਫੀਨੇਸ਼ਨ ਕੀ ਹੈ, ਅ ਨੰਬਰ ਵਿਚ ਇਜ਼ ਕੈਪੇਬਲ ਆਫ ਟੇਕਿੰਗ ਅ ਡਿਫਰੈਂਟ, ਮਤਲਬ ਕੀ ਆ ਜਿਹੜਾ ਨੰਬਰ ਡਿਫਰੈਂਟ ਵੈਲਿਊਜ਼ ਨੂੰ ਚੂਜ਼ ਕਰਨ ਦਾ ਕੈਪੇਬਲ ਹੋਵੇ ਉਹਨੂੰ ਆਪਾਂ ਕੀ ਬੋਲਦੇ ਹਾਂ ਵੇਰੀਏਬਲ ਬੋਲਦੇ ਹਾਂ, ਡਿਫਰੈਂਟ ਵੈਲਿਊਜ਼। ਐਗਜ਼ਾਮਪਲ ਵਾਈਲ ਸਰਵਾਈਂਗ ਅ ਫੈਕਟਰੀ, ਠੀਕ ਹੈ, ਮਤਲਬ ਜਦੋਂ ਆਪਾਂ ਕਿਸੇ ਫੈਕਟਰੀ ਦਾ ਸਰਵੇ ਕਰ ਰਹੇ ਹਾਂ ਲਾਈਕ ਉਹਦੇ 'ਚ ਆਪਾਂ ਕੀ ਸਰਵੇ ਕਰ ਰਹੇ ਹਾਂ, ਉਹਨਾਂ ਬੰਦਿਆਂ ਦਾ ਏਜ ਦੇਖ ਰਹੇ ਹਾਂ, ਉਹਨਾਂ ਬੰਦਿਆਂ ਦਾ ਸੈਕਸ ਗਰੁੱਪ ਦੇਖ ਰਹੇ ਹਾਂ, ਉਹਨਾਂ ਬੰਦਿਆਂ ਦੀ ਆਪਾਂ ਇਨਕਮ ਦੇਖ ਰਹੇ ਹਾਂ। ਇਹ ਤਿੰਨੇ ਕੀ ਨੇ ਵੇਰੀਏਬਲ ਨੇ, ਕਿਉਂਕਿ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਬੰਦਿਆਂ ਦੀ ਏਜ ਵੀ ਅਲੱਗ-ਅਲੱਗ ਹੋ ਸਕਦੀ ਹੈ, ਓਕੇ, ਤੇ ਉਹ ਮੇਲ ਫੀਮੇਲ ਦੇ ਵਿੱਚ ਆਪਾਂ ਨੂੰ ਡਿਵਾਈਡ ਵੀ ਕਰ ਸਕਦੇ ਹਾਂ। ਉਸ ਤੋਂ ਬਾਅਦ ਆਪਾਂ ਕੀ ਹੈ ਉਹਨਾਂ ਦੀ ਇਨਕਮ ਵੀ ਡਿਫਰੈਂਟ ਹੋ ਸਕਦੀ ਹੈ, ਮਤਲਬ ਜਿਹੜੀ ਚੀਜ਼ ਵੇਰੀ ਕਰ ਸਕਦੀ ਸੇਮ ਨਹੀਂ ਰਹਿ ਸਕਦੀ। ਹੁਣ ਫੈਕਟਰੀ ਦੀ ਲੈਂਡ ਆ ਉਹ ਸੇਮ ਰਹੂਗੀ ਉਸ ਟਾਈਮ ਦੇ ਉੱਪਰ, ਉਹ ਫਿਕਸ ਆ, ਉਹਦੀ ਉਹ ਵੇਰੀਏਬਲ ਨਹੀਂ ਹੈ, ਆਪਾਂ ਉਹਨੂੰ ਵੇਰੀਏਬਲ ਦੇ ਵਿੱਚ ਕਾਊਂਟ ਨਹੀਂ ਕਰਾਂਗੇ। ਫੈਕਟਰੀ ਦੇ ਵਿੱਚ ਕਿਹੜੀ ਚੀਜ਼ਾਂ ਵੇਰੀ ਕਰਦੀਆਂ ਨੇ, ਵਰਕਰਸ ਦੀ ਏਜ, ਵਰਕਰਸ ਦੇ ਬਾਰੇ ਹੋਰ ਜਿਹੜੀ ਵੀ ਨੌਲੇਜ ਆਪਾਂ ਕਲੈਕਟ ਕਰ ਸਕਦੇ ਹਾਂ। ਉਸ ਤੋਂ ਬਾਅਦ ਰਾਜੇ ਆਪਣੇ ਕੋਲ ਆਉਂਦਾ ਕਲਾਸ ਮਾਰਕ ਹੁੰਦਾ ਵਾ ਲੋਅਰ ਲਿਮਿਟ ਪਲੱਸ ਅਪਰ ਲਿਮਿਟ ਬਾਈ 2। ਮਤਲਬ ਕੀ ਆ, ਜਿਵੇਂ ਆਪਾਂ ਮੀਨ ਕੱਢਦੇ ਹੁੰਦੇ ਸੀ ਛੋਟੀ ਕਲਾਸਿਸ ਦੇ ਵਿੱਚ, ਨੰਬਰ ਆਫ ਆਬਜ਼ਰਵੇਸ਼ਨਸ ਅਪੋਨ ਟੋਟਲ ਨੰਬਰ ਆਫ ਆਬਜ਼ਰਵੇਸ਼ਨਸ, ਠੀਕ ਹੈ, ਸਮ ਆਫ ਆਬਜ਼ਰਵੇਸ਼ਨਸ ਅਪੋਨ ਟੋਟਲ ਨੰਬਰ ਆਫ ਆਬਜ਼ਰਵੇਸ਼ਨਸ। ਉਸੇ ਤਰ੍ਹਾਂ ਹੀ ਜਦੋਂ ਆਪਾਂ ਕਲਾਸ ਦੀ ਗੱਲ ਕਰਾਂਗੇ, ਕਲਾਸ ਆਪਾਂ ਨੂੰ ਪਤਾ ਵੀ 2 ਹੀ ਐਂਟਰੀਆਂ ਹੁੰਦੀਆਂ ਨੇ 0 ਤੋਂ 10, ਠੀਕ ਹੈ, ਤਾਂ ਆਪਾਂ ਇਹਨਾਂ ਦੋਨੋਂ ਨੂੰ ਐਡ ਕਰਕੇ 2 ਨਾਲ ਡਿਵਾਈਡ ਕਰਾਂਗੇ, ਸੋ ਵੀ ਵਿਲ ਗੈਟ ਹੀਅਰ ਅ 5 ਆਂਸਰ। ਆਫਟਰਵਰਡ ਆਉਂਦੀ ਆ ਆਪਣੇ ਕੋਲ ਰੇਂਜ ਕੀ ਆ, ਦਾ ਡਿਫਰੈਂਸ ਬਿਟਵੀਨ ਦਾ ਮੈਕਸਿਮਮ ਐਂਡ ਮਿਨੀਮਮ ਵੈਲਿਊ ਆਫ ਅ ਵੇਰੀਏਬਲ। ਕਿਸੇ ਵੀ ਵੇਰੀਏਬਲ ਦੀ ਮੈਕਸਿਮਮ ਤੇ ਜਿਹੜੀ ਮਿਨੀਮਮ ਵੈਲਿਊ ਆ ਉਹਨਾਂ ਦੋਨਾਂ ਦੇ ਵਿੱਚ ਜੋ ਡਿਫਰੈਂਸ ਹੈ, ਮਤਲਬ ਉਹਨਾਂ ਨੂੰ ਮਾਈਨਸ ਕਰਾਂਗੇ, ਮੈਕਸਿਮਮ ਵੈਲਿਊ ਮਾਈਨਸ ਮਿਨੀਮਮ ਵੈਲਿਊ, that is known as a range. Now let us move on the introduction part. So we will continue our video with question number 1. Give 5 examples of the data you can collect from your day to day life. ਜਿਹੜਾ ਆਪਾਂ ਡਾਟਾ ਡੇਲੀ ਲਾਈਫ ਦੇ ਵਿੱਚ ਆਪਣਾ ਕਲੈਕਟ ਕਰ ਸਕਦੇ ਹਾਂ ਸਿੰਪਲ ਤਰੀਕੇ ਨਾਲ, ਉਹਦੀਆਂ ਆਪਾਂ 5 ਐਗਜ਼ਾਮਪਲਸ ਦੇਣੀਆਂ ਨੇ। ਰਾਜੀ ਇਹ 5 ਐਗਜ਼ਾਮਪਲਸ ਔਰਲ ਨੇ, ਤੁਸੀਂ ਕੋਈ ਵੀ ਐਗਜ਼ਾਮਪਲਸ ਦੇ ਸਕਦੇ ਹੋ, ਕੰਪਲਸ਼ਨ ਕੋਈ ਨਹੀਂ ਵੀ ਇਹ ਐਗਜ਼ਾਮਪਲਸ ਦੇਣੀਆਂ, ਬਟ ਯੂਅਰ ਐਗਜ਼ਾਮਪਲਸ ਮਸਟ ਬੀ ਕਰੈਕਟ। ਸੋ ਫਸਟ ਐਗਜ਼ਾਮਪਲ ਆਪਾਂ ਇਹ ਕਹਿ ਸਕਦੇ ਹਾਂ ਨੰਬਰ ਆਫ ਸਟੂਡੈਂਟਸ ਇਨ ਯੂਅਰ ਕਲਾਸ। ਤੁਸੀਂ ਇਹ ਦੱਸੋ ਵੀ ਤੁਹਾਡੀ ਕਲਾਸ 'ਚ ਨੰਬਰ ਆਫ ਸਟੂਡੈਂਟਸ ਕਿੰਨੇ ਹੈ, ਉਹ ਵੀ ਰॉ ਡਾਟਾ ਦੀ ਐਗਜ਼ਾਮਪਲ ਹੋ ਜਾਊਗੀ ਡੇ ਟੂ ਡੇ ਲਾਈਫ ਦੀ। ਨੰਬਰ ਆਫ ਫੈਨਸ ਇਨ ਯੂਅਰ ਸਕੂਲ, ਤੁਹਾਡੇ ਸਕੂਲ ਦੇ ਵਿੱਚ ਫੈਨਸ ਦਾ ਮਤਲਬ ਇੱਥੇ ਤੁਹਾਡੇ ਜਿਹੜੇ ਚਾਹਣ ਵਾਲੇ ਲੋਕ ਨੇ ਉਹਨਾਂ ਤੋਂ ਨਹੀਂ ਹੈ, ਫੈਨਸ ਦਾ ਮਤਲਬ ਇੱਥੇ ਪੱਖਿਆਂ ਤੋਂ ਆ, ਓਕੇ, ਸੋ ਡੋਂਟ ਬੀ ਓਵਰ ਕੌਨਫੀਡੈਂਟ ਹੀਅਰ। ਨੰਬਰ ਆਫ ਟੀਚਰਸ ਇਨ ਯੂਅਰ ਸਕੂਲ, ਜਾਂ ਫਿਰ ਨੰਬਰ ਆਫ ਮੈਥਸ ਟੀਚਰ ਇਨ ਯੂਅਰ ਸਕੂਲ, ਨੰਬਰ ਆਫ ਇੰਗਲਿਸ਼ ਟੀਚਰ ਇਨ ਯੂਅਰ ਸਕੂਲ, ਇੱਦਾਂ ਦੀ ਐਗਜ਼ਾਮਪਲਸ ਵੀ ਦੇ ਸਕਦੇ ਹਾਂ ਆਪਾਂ। ਨੰਬਰ ਆਫ ਰੂਮਸ ਇਨ ਯੂਅਰ ਸਕੂਲ, ਤੁਹਾਡੇ ਸਕੂਲ 'ਚ ਨੰਬਰ ਆਫ ਰੂਮਸ ਕਿੰਨੇ ਨੇ ਉਹਦੀਆਂ ਐਗਜ਼ਾਮਪਲਸ ਆਪਾਂ ਦੇ ਸਕਦੇ ਹਾਂ। ਉਸ ਤੋਂ ਬਾਅਦ ਹੈਗਾ ਨੰਬਰ ਆਫ ਸਟਰੀਮਸ ਇਨ ਯੂਅਰ ਸਕੂਲ, ਜਿਵੇਂ ਕਿ ਆਪਾਂ ਆਪਣੇ ਸਕੂਲ ਦੀ ਜੇ ਗੱਲ ਕਰੀਏ, ਵੀ ਆਰ ਹੈਵਿੰਗ ਹੀਅਰ 3 ਸਟਰੀਮਸ, ਮੈਡੀਕਲ, ਨਾਨ ਮੈਡੀਕਲ ਐਜ਼ ਵੈਲ ਐਜ਼ ਕਾਮਰਸ। ਸੋ ਉੱਦਾਂ ਨੰਬਰ ਆਫ ਸਟਰੀਮਸ ਤੁਹਾਡੇ ਸਕੂਲ ਦੇ ਵਿੱਚ ਕਿੰਨੇ ਆ, ਉਹ ਸਾਰੀਆਂ ਕੀ ਨੇ ਆਪਣੀਆਂ ਡੇ ਟੂ ਡੇ ਲਾਈਫ ਦੀਆਂ ਐਗਜ਼ਾਮਪਲਸ ਨੇ। ਨਾਓ ਨੈਕਸਟ ਕੁਐਸਚਨ ਦੇਖੋ, ਕਹਿੰਦਾ ਕਲਾਸੀਫਾਈ ਦਾ ਡਾਟਾ ਇਨ ਕੁਐਸਚਨ ਨੰਬਰ 1 ਅਬਵ ਐਜ਼ ਪ੍ਰਾਇਮਰੀ ਔਰ ਸੈਕੰਡਰੀ ਡਾਟਾ। ਹੁਣ ਆਪਾਂ ਇਹਨਾਂ ਚੋਂ ਪ੍ਰਾਇਮਰੀ ਡਾਟਾ ਔਰ ਸੈਕੰਡਰੀ ਡਾਟਾ ਨੂੰ ਸੈਪਰੇਟ ਕਰਨਾ ਵਾ ਕੁਐਸਚਨ ਨੰਬਰ 1 ਦੇ ਵਿੱਚੋਂ। ਉਹ ਦੇਖੋ, ਸੋ ਦੇਖੋ ਜਦੋਂ ਤੁਸੀਂ ਆਪਣੀ ਕਲਾਸ ਦੇ ਵਿੱਚੋਂ ਸਟੂਡੈਂਟਸ ਨੂੰ ਕਾਊਂਟ ਕਰੋਗੇ, ਦੈਟ ਡਾਟਾ ਇਜ਼ ਨੋਨ ਐਜ਼ ਪ੍ਰਾਇਮਰੀ। ਮਤਲਬ ਕੀ ਹੈ, ਇਹ ਪ੍ਰਾਥਮਿਕ ਡਾਟਾ ਵਾ, ਤੁਸੀਂ ਇਹਨੂੰ ਆਪ ਕਲੈਕਟ ਕਰ ਰਹੇ ਹੋ। ਉਸ ਤੋਂ ਬਾਅਦ ਜੇ ਮੈਂ ਨੰਬਰ ਆਫ ਫੈਨਸ ਇਨ ਯੂਅਰ ਸਕੂਲ ਦੀ ਗੱਲ ਕਰਾਂ ਤਾਂ ਤੁਸੀਂ ਇਲੈਕਟ੍ਰੀਸ਼ੀਅਨ ਨੂੰ ਜਾਂ ਫਿਰ ਸਕੂਲ ਮੈਨੇਜਮੈਂਟ ਨੂੰ ਜਾਂ ਸਕੂਲ ਕਲੈਰੀਕਲ ਆਫਿਸ ਤੋਂ ਇਹ ਚੀਜ਼ ਕਨਫਰਮ ਕਰ ਸਕਦੇ ਹੋ ਵੀ ਆਪਣੇ ਸਕੂਲ ਦੇ ਵਿੱਚ ਇਸ ਟਾਈਮ ਕਿੰਨੇ ਪੱਖੇ ਵਰਕਿੰਗ ਨੇ। ਉਹਦੇ ਲਈ ਤੁਹਾਨੂੰ ਕਾਊਂਟਿੰਗ ਦੀ ਜ਼ਰੂਰਤ ਨਹੀਂ ਪਊਗੀ। ਮਤਲਬ ਕੀ ਆ, ਪ੍ਰਾਇਮਰੀ ਡਾਟਾ ਉਹ ਹੁੰਦਾ ਵਾ ਜਿਹੜਾ ਤੁਸੀਂ ਆਪ ਕਲੈਕਟ ਕਰਨਾ। ਜਿਵੇਂ ਆਪਾਂ ਕਹੀਏ ਨੰਬਰ ਆਫ ਸਟੂਡੈਂਟਸ ਅੱਜ ਕਿੰਨੇ, ਮੰਡੇ ਕਿੰਨੇ ਪ੍ਰੈਜ਼ੈਂਟ ਸੀ, ਟਿਊਜ਼ਡੇ ਕਿੰਨੇ ਪ੍ਰੈਜ਼ੈਂਟ ਸੀ, ਰਜਿਸਟਰ ਤੋਂ ਬਿਨਾਂ ਜੇ ਤੁਸੀਂ ਦੇਖਣੇ ਆ ਤਾਂ ਉਹ ਪ੍ਰਾਇਮਰੀ ਡਾਟਾ ਹੋ ਜਾਊਗਾ। ਪਰ ਪੱਖਿਆਂ ਦੇ ਬਾਰੇ ਜੇ ਆਪਾਂ ਗੱਲ ਕਰਾਂਗੇ, ਇਹ ਡਾਟਾ ਜਿਹੜਾ ਹੈਗਾ ਵਾ ਸੈਕੰਡਰੀ ਹੈ। ਸੈਕਿੰਡ, ਨੰਬਰ ਆਫ ਟੀਚਰਸ ਇਨ ਯੂਅਰ ਸਕੂਲ, ਟੀਚਰਸ ਦੀ ਬਾਰੇ ਜਿਹੜੀ ਇਨਫੋਰਮੇਸ਼ਨ ਹੈ ਉਹ ਤੁਸੀਂ ਸਕੂਲ ਦੇ ਕਲੈਰੀਕਲ ਆਫਿਸ ਤੋਂ ਲੈ ਸਕਦੇ ਹੋ, ਸੋ ਉਹ ਵੀ ਕੀ ਹੋਏਗਾ ਆਪਣੇ ਲਈ ਸੈਕੰਡਰੀ ਡਾਟਾ। ਨੰਬਰ ਆਫ ਰੂਮਸ ਇਨ ਯੂਅਰ ਸਕੂਲ, ਤੁਹਾਡੇ ਸਕੂਲ ਦੇ ਵਿੱਚ ਕਿੰਨੇ ਰੂਮਸ ਨੇ, ਇਹਦੀ ਜਾਣਕਾਰੀ ਵੀ ਆਪਾਂ ਨੂੰ ਕਲੈਰੀਕਲ ਸਟਾਫ ਤੋਂ ਹੀ ਮਿਲਦੀ ਹੈ, ਸੋ ਦੈਟਸ ਵਾਈ ਦਿਸ ਵਨ ਇਜ਼ ਆਲਸੋ ਅ ਸੈਕੰਡਰੀ ਡਾਟਾ। ਨੰਬਰ ਆਫ ਸਟਰੀਮਸ ਇਨ ਯੂਅਰ ਸਕੂਲ, ਤੁਹਾਡੇ ਸਕੂਲ 'ਚ ਕਿੰਨੇ ਸਟਰੀਮ ਚੱਲ ਰਹੇ, ਇਟ ਇਜ਼ ਓਬਵੀਅਸ, ਆਪਾਂ ਨੂੰ ਪਹਿਲਾਂ ਹੀ ਪਤਾ ਵਾ ਵੀ 3 ਸਟਰੀਮ ਚੱਲ ਰਹੇ ਆ। ਉਹ ਜਿਹੜੇ 3 ਸਟਰੀਮ ਚੱਲ ਰਹੇ ਉਹ ਤੁਸੀਂ ਕਾਊਂਟ ਨਹੀਂ ਕੀਤੇ, ਉਹ ਆਲਰੇਡੀ ਕਾਊਂਟਡ ਨੇ।
ਪਹਿਲਾਂ ਹੀ ਕਾਊਂਟ ਹੋਏ ਵੇ ਆ ਵੀ 3 ਹੀ ਨੇ ਆਪਣੇ ਸਕੂਲ ਦੇ ਵਿੱਚ। ਸੋ ਦੈਟਸ ਵਾਈ ਦਿਸ ਇਜ਼ ਆਲਸੋ ਐਨ ਐਗਜ਼ਾਮਪਲ ਆਫ ਅ ਸਕੈਂਡਰੀ ਡਾਟਾ। ਸੋ ਆਪਾਂ ਪ੍ਰਾਇਮਰੀ ਸਕੈਂਡਰੀ ਦੇ ਵਿੱਚ ਇਹਨੂੰ ਕੈਲਕੂਲੇਟ ਵੀ ਕਰ ਲਿਆ। ਮਤਲਬ ਜੋ ਤੁਹਾਡਾ ਕੁਐਸਚਨ ਨੰਬਰ 2 ਹੈ ਤੁਸੀਂ ਉਹਦੀ ਸਟੇਟਮੈਂਟ ਉਤਾਰੋਗੇ ਤੇ ਆਨਸਰ ਦੇ ਵਿੱਚ ਆਪ 5 ਪੁਆਇੰਟਸ ਲਿਖ ਕੇ ਨਾਲ ਉਹਦੀ ਵਰਡਿੰਗ ਯੂਜ਼ ਕਰ ਦੋਗੇ। ਦਿਸ ਵਿਲ ਬੀ ਦਾ ਆਨਸਰ ਆਫ ਯੂਰ ਕੁਐਸਚਨ ਨੰਬਰ 2। ਸੋ ਡੀਅਰ ਸਟੂਡੈਂਟਸ, here your 14.1 is completed by my side. In the next video we will meet with 14.2 and its questions. For the timing, thank you and have a wonderful day. Stay safe, stay home. Have a good day.